ਹੈਲੋ एवरीवन ਵੈਲਕਮ ਟੂ ਪੀਵੀਐਸ ਕਲਾਸਿਸ। ਅੱਜ ਆਪਾਂ ਪੀਟੀਪੀਐਸਬੀ ਕਲਰਕ ਦੇ ਲਈ ਜੀਕੇ ਦੀ ਰਿਵੀਜ਼ਨ ਕਰਾਂਗੇ। ਇਹਦੇ ਵਿੱਚ ਆਪਾਂ ਪੋਲਿਟੀ ਦੇ ਇੰਪੋਰਟੈਂਟ ਕੁਐਸਚਨਸ ਜੋ ਅਲੱਗ-ਅਲੱਗ ਐਗਜ਼ਾਮਸ ਦੇ ਵਿੱਚ ਰਿਪੀਟ ਹੁੰਦੇ ਰਹੇ ਨੇ ਉਹ ਆਪਾਂ ਕਵਰ ਕਰਾਂਗੇ। ਠੀਕ ਹੈ, ਤਾਂ ਫਰਸਟ ਕੁਐਸਚਨ ਕੀ ਹੈ? ਫਰਸਟ ਕੁਐਸਚਨ ਹੈ ਕਿ ਇਨ ਇੰਡੀਆ ਦਾ ਕਨਸੈਪਟ ਆਫ ਸਿੰਗਲ ਸਿਟੀਜ਼ਨਸ਼ਿਪ ਇਜ਼ ਅਡਾਪਟਡ ਫਰੋਮ। ਠੀਕ ਹੈ, ਅਕੈਰੀ ਨਾਗਰਿਕਤਾ ਦਾ ਕਨਸੈਪਟ ਕਿੱਥੋਂ ਲਿਆ ਗਿਆ ਵਾ? ਠੀਕ ਹੈ, ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਅਕੈਰੀ ਨਾਗਰਿਕਤਾ ਦਾ ਕਨਸੈਪਟ ਲਿਆ ਗਿਆ? ਤੇ ਇਹਦਾ ਰਾਈਟ ਆਨਸਰ ਤੁਸੀਂ ਕਮੈਂਟ ਕਰਨਾ ਹੈ। ਰਾਈਟ ਆਨਸਰ ਕੀ ਹੈ? ਇੰਗਲੈਂਡ। ਠੀਕ ਹੈ, ਇੰਗਲੈਂਡ ਤੋਂ ਅਕੈਰੀ ਨਾਗਰਿਕਤਾ ਦਾ ਸਿਧਾਂਤ ਲਿਆ ਗਿਆ ਵਾ। ਇਹਦਾ ਮਤਲਬ ਕੀ ਹੁੰਦਾ ਵਾ ਕਿ ਵੀ ਜੇ ਕੋਈ ਪਰਸਨ ਉਹਦੇ ਕੋਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਆ ਗਈ ਆ ਤਾਂ ਉਹ ਆਪਦੇ ਆਪ ਹੀ ਕੀ ਉਹਦੀ ਇੰਡੀਆ ਦੀ ਨਾਗਰਿਕਤਾ ਖਾਰਜ ਹੋ ਜੂਗੀ। ਠੀਕ ਹੈ, ਤੇ ਜੇ ਉਹ ਪਰਸਨ 18 ਸਾਲ ਤੋਂ ਘੱਟ ਦਾ ਵਾ ਤਾਂ ਜਦੋਂ ਉਹਦੀ ਉਮਰ 18 ਸਾਲ ਹੋ ਗਈ ਤਾਂ ਉਹਨੂੰ ਚੂਜ਼ ਕਰਨਾ ਪਊਗਾ ਕਿ ਕਿਹੜੇ ਦੇਸ਼ ਦੀ ਨਾਗਰਿਕਤਾ ਰੱਖਣਾ ਚਾਹੁੰਦਾ ਵਾ ਤੇ ਕਿਹੜੇ ਦੀ ਛੱਡਣਾ ਚਾਹੁੰਦਾ ਵਾ। ਠੀਕ ਹੈ, ਅੱਗੇ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਸਾਡੀ ਪੀਵੀਐਸ ਕਲਾਸਿਸ ਦੀ ਐਪ ਦੇ ਉੱਪਰ ਜੋ ਵੀ ਹੁਣ ਤੱਕ ਪੀਟੀਪੀਐਸਬੀ ਦੇ ਪੇਪਰ ਹੋਏ ਨੇ ਉਹਨਾਂ ਦੇ ਮੈਥ ਦੇ ਪੇਪਰ ਵੀਡੀਓ ਦੀ ਫਾਰਮ ਦੇ ਵਿੱਚ ਸੋਲਵਡ ਪਏ ਨੇ, ਤੁਸੀਂ ਉਹ ਕੋਰਸ ਬਾਏ ਕਰ ਸਕਦੇ ਹੋ। ਇਸ ਤੋਂ ਇਲਾਵਾ ਪੀਟੀਪੀਐਸਬੀ ਕਲਰਕ ਦੀ ਟੈਸਟ ਸੀਰੀਜ਼ ਵੀ ਐਪ ਦੇ ਉੱਪਰ ਅਵੇਲੇਬਲ ਹੈ ਜੋ ਕਿ ਇੰਗਲਿਸ਼ ਮੀਡੀਅਮ ਦੇ ਵਿੱਚ ਹੈ। ਠੀਕ ਹੈ, ਸੋ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ, ਲਿੰਕ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਐਪ ਦਾ। ਠੀਕ ਹੈ, ਪੀਵੀਐਸ ਕਲਾਸਿਸ ਦਾ ਐਪ ਦਾ ਲਿੰਕ ਦਿੱਤਾ ਹੋਇਆ ਹੈ, ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ। ਨੈਕਸਟ ਦੇਖੋ, ਅ ਫੈਡਰਲ ਸਟਰਕਚਰ ਫॉर ਇੰਡੀਆ ਵਾਸ ਫਸਟ ਪੁੱਟ ਫਾਰਵਰਡ ਬਾਈ। ਤਾਂ ਇੰਡੀਆ ਦੇ ਵਿੱਚ ਫੈਡਰਲ ਸਟਰਕਚਰ ਸਭ ਤੋਂ ਪਹਿਲਾਂ ਕਿਹੜੇ ਲਾਅ ਕਰਕੇ ਆਈ ਸੀ? ਠੀਕ ਹੈ, ਕਿਹੜਾ ਐਕਟ ਸੀ ਜਿਹਦੇ ਅੰਡਰ ਇੰਡੀਆ ਦੇ ਵਿੱਚ ਫੈਡਰਲ ਸਟਰਕਚਰ ਆਈ ਸੀ? ਰਾਈਟ ਆਨਸਰ ਤੁਸੀਂ ਕਮੈਂਟ ਕਰਨਾ ਵਾ। ਆ ਜਿੰਨੇ ਵੀ ਸਕਰੀਨ ਦੇ ਉੱਪਰ ਐਕਟ ਲਿਖੇ ਨੇ ਨਾ ਚਾਰੇ ਦੇ ਚਾਰੇ ਇਹ ਵੈਰੀ ਇੰਪੋਰਟੈਂਟ ਨੇ। ਠੀਕ ਹੈ, ਇਹ ਚਾਰੋਂ ਐਕਟ ਹੀ ਕਾਫੀ ਇੰਪੋਰਟੈਂਟ ਨੇ, ਸਾਨੂੰ ਚਾਰੋਂ ਪਤਾ ਹੋਣੇ ਚਾਹੀਦੇ ਨੇ। ਤਾਂ ਇਹ ਆਈ ਸੀ ਆਪਣੇ ਗਵਰਨਮੈਂਟ ਆਫ ਇੰਡੀਆ ਐਕਟ 1935। ਠੀਕ ਹੈ, 1935 ਇਸ ਐਕਟ ਦੇ ਅੰਡਰ ਫੈਡਰਲ ਸਟਰਕਚਰ ਆਇਆ ਸੀ। 1919 ਦੇ ਵਿੱਚ ਕੀ ਸੀਗਾ? ਮੋਰਲੇ ਮਿੰਟੋ ਰਿਫਾਰਮ ਆਇਆ ਸੀਗਾ। 1919 ਦੇ ਵਿੱਚ ਮੌਂਟੇਕ ਚੇਮਸਫੋਰਡ ਰਿਪੋਰਟ ਆਈ ਸੀ, ਉਹਦੇ ਅੰਡਰ ਗਵਰਨਮੈਂਟ ਆਫ ਇੰਡੀਆ ਐਕਟ 1919 ਆਇਆ ਸੀ। ਠੀਕ ਹੈ, ਤੇ ਐਕਟ 1935 ਨੂੰ ਗਵਰਨਮੈਂਟ ਆਫ ਐਕਟ 1935 ਕਹਿੰਦੇ ਆ ਤੇ ਇਹਨੂੰ ਕੀ ਕਹਿੰਦੇ ਆ? ਬਲੂ ਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ ਵੀ ਕਹਿੰਦੇ ਆ, ਬਲੂ ਪ੍ਰਿੰਟ ਆਫ ਇੰਡੀਅਨ ਕਨਸਟੀਟਿਊਸ਼ਨ। ਠੀਕ ਹੈ, ਨੈਕਸਟ ਕੁਐਸਚਨ ਦੇਖੋ, ਦ ਡਰਾਫਟਿੰਗ ਆਫ ਕਨਸਟੀਟਿਊਸ਼ਨ ਵਾਸ ਕੰਪਲੀਟਡ ਇਨ। ਠੀਕ ਹੈ, ਜਿਹੜਾ ਸੰਵਿਧਾਨ ਆ ਉਹ ਕਦੋਂ ਕੰਪਲੀਟ ਹੋ ਗਿਆ ਸੀ? ਠੀਕ ਹੈ, ਬਣ ਕੇ ਕਦੋਂ ਤਿਆਰ ਹੋ ਗਿਆ ਸੀ? ਉਹਦਾ ਖਰੜਾ ਕਦੋਂ ਤਿਆਰ ਹੋ ਗਿਆ ਸੀਗਾ? ਤਾਂ ਇਹ ਚੀਜ਼ ਪੁੱਛੀ ਆ, ਭਾਰਤੀ ਸੰਵਿਧਾਨ ਕਦੋਂ ਬਣ ਕੇ ਤਿਆਰ ਹੋ ਗਿਆ ਸੀ? ਠੀਕ ਹੈ, ਤਾਂ ਇਹ ਬਣ ਕੇ ਤਿਆਰ ਹੋਇਆ ਸੀਗਾ 26 ਨਵੰਬਰ 1949 ਨੂੰ। ਠੀਕ ਹੈ, ਆ 2-3 ਦਿਨ ਪਹਿਲਾਂ ਹੀ ਇਹ ਤਰੀਕ ਲੰਘ ਕੇ ਹਟੀ ਆ। 26 ਨਵੰਬਰ 1949 ਨੂੰ ਬਣਿਆ ਸੀ। ਠੀਕ ਹੈ, ਇਸ ਦਿਨ ਆਪਾਂ ਕਨਸਟੀਟਿਊਸ਼ਨਲ ਡੇ ਵੀ ਮਨਾਉਂਦੇ ਆ। ਠੀਕ ਹੈ, ਹੈਪੀ ਕਨਸਟੀਟਿਊਸ਼ਨ ਡੇ ਉਹ ਵੀ ਆਪਾਂ ਮਨਾਉਂਦੇ ਆ ਇਸ ਦਿਨ 26 ਨਵੰਬਰ ਨੂੰ। ਪਰ ਜੇ ਬਣਿਆ 26 ਨਵੰਬਰ ਨੂੰ ਸੀ ਤੇ ਫਿਰ ਆਪਾਂ ਗਣਤੰਤਰ ਦਿਵਸ 26 ਜਨਵਰੀ ਨੂੰ ਕਿਉਂ ਮਨਾਉਂਦੇ ਆ? ਇਸ ਦਿਨ ਇਹ ਬਣ ਕੇ ਤਿਆਰ ਹੋ ਗਿਆ ਸੀਗਾ, ਬਟ ਕੀ ਸੋਚਿਆ ਗਿਆ ਸੀਗਾ ਕਿ 26 ਜਨਵਰੀ ਨੂੰ ਹੀ ਇਹ ਲਾਗੂ ਕੀਤਾ ਜਾਊਗਾ। 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀਗਾ। ਕਿਉਂ? ਕਿਉਂਕਿ ਇਸ ਤੋਂ ਪਹਿਲਾਂ ਕੀ ਸੀਗਾ? ਆਜ਼ਾਦੀ ਤੋਂ ਪਹਿਲਾਂ ਇਸ ਦਿਨ ਨੂੰ ਕੀ ਸੀਗਾ? ਆਜ਼ਾਦੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਸੀਗਾ ਜਦੋਂ ਅਜੇ ਆਜ਼ਾਦੀ ਨਹੀਂ ਸੀ ਮਿਲੀ। ਸੋ ਉਸ ਦਿਨ ਦੀ ਯਾਦਗਾਰੀ ਨੂੰ ਕਾਇਮ ਰੱਖਣ ਵਾਸਤੇ ਫਿਰ ਕੀ ਕੀਤਾ ਸੀ? ਇਸ ਦਿਨ ਦੇਸ਼ ਦਾ ਸੰਵਿਧਾਨ ਲਾਗੂ ਕਰ ਦਿੱਤਾ ਗਿਆ ਸੀਗਾ, ਕਿਉਂਕਿ ਐਕਚੁਅਲ ਆਜ਼ਾਦੀ ਤਾਂ 15 ਅਗਸਤ 1947 ਨੂੰ ਮਿਲੀ ਸੀ ਤਾਂ ਕਰਕੇ। ਠੀਕ ਹੈ, ਤਾਂ ਦੇਖੋ ਅੱਗੇ ਦੇਖੋ, ਹੂ ਵਾਸ ਦਾ ਪ੍ਰੈਜ਼ੀਡੈਂਟ ਆਫ ਕਨਸਟੀਟਿਊਸ਼ਨ ਅਸੈਂਬਲੀ। ਠੀਕ ਹੈ, ਕਨਸਟੀਟਿਊਸ਼ਨ ਅਸੈਂਬਲੀ ਦਾ ਪ੍ਰੈਜ਼ੀਡੈਂਟ ਕੌਣ ਸੀ? ਕੁਐਸਚਨ ਧਿਆਨ ਨਾਲ ਦੇਖਣਾ। ਠੀਕ ਹੈ, ਸੰਵਿਧਾਨ ਵਾਲੀ ਜਿਹੜੀ ਕਮੇਟੀ ਸੀ ਹਨਾ, ਸੰਵਿਧਾਨ ਬਣਾਉਣ ਵਾਲੀ ਜਿਹੜੀ ਕਮੇਟੀ ਸੀ ਉਹਦਾ ਪ੍ਰੈਜ਼ੀਡੈਂਟ ਕੌਣ ਸੀ? ਇਹ ਪੁੱਛਿਆ ਹੋਇਆ ਵਾ। ਠੀਕ ਹੈ, ਓਵਰਆਲ ਤਾਂ ਉਹਦੇ ਪ੍ਰੈਜ਼ੀਡੈਂਟ ਕੌਣ ਸੀਗੇ? ਉਹੀ ਜਿਹੜੇ ਦੇਸ਼ ਦੇ ਪ੍ਰੈਜ਼ੀਡੈਂਟ ਸੀ। ਕੌਣ? ਡਾਕਟਰ ਰਜਿੰਦਰ ਪ੍ਰਸਾਦ। ਠੀਕ ਹੈ, ਡਾਕਟਰ ਰਜਿੰਦਰ ਪ੍ਰਸਾਦ ਇਹ ਦੇਸ਼ ਦੇ ਵੀ ਪ੍ਰੈਜ਼ੀਡੈਂਟ ਸੀਗੇ ਤੇ ਕਨਸਟੀਟਿਊਸ਼ਨ ਅਸੈਂਬਲੀ ਦੇ ਵੀ। ਤੇ ਦੇਖੋ, ਇਸ ਤੋਂ ਪਹਿਲਾਂ 2 ਦਿਨ ਦੇ ਲਈ ਟੈਂਪਰੇਰੀ ਪ੍ਰੈਜ਼ੀਡੈਂਟ ਕਿਹਨੂੰ ਬਣਾਏ ਸੀਗੇ? ਡਾਕਟਰ ਸਚਿਦਾਨੰਦ ਸਿਨਹਾ ਨੂੰ, ਕਿਉਂਕਿ ਅਜੇ ਕੀ ਸੀਗਾ? ਕੋਈ ਫਿਕਸ ਨਹੀਂ ਸੀਗਾ ਕਿ ਕਿਹਨੂੰ ਪ੍ਰੈਜ਼ੀਡੈਂਟ ਬਣਾਉਣਾ ਵਾ। ਇਸ ਕਰਕੇ ਇੱਕ ਵਾਰੀ ਟੈਂਪਰੇਰੀ ਤੌਰ ਤੇ ਸਚਿਦਾਨੰਦ ਸਿਨਹਾ ਨੂੰ ਪ੍ਰੈਜ਼ੀਡੈਂਟ ਬਣਾ ਲਿਆ ਸੀਗਾ ਇਸ ਅਸੈਂਬਲੀ ਦਾ। ਉਹਨਾਂ ਨੂੰ ਕਿਉਂ ਬਣਾਇਆ ਸੀਗਾ? ਕਿਉਂਕਿ ਉਹ ਉਮਰ 'ਚ ਸਭ ਤੋਂ ਵੱਡੇ ਸੀ। ਜਿੰਨੇ ਵੀ ਬੰਦੇ ਅਸੈਂਬਲੀ 'ਚ ਇਕੱਠੇ ਹੋਏ ਸੀ ਨਾ ਉਹਨਾਂ 'ਚ ਸਭ ਤੋਂ ਉਮਰ 'ਚ ਵੱਡੇ ਸੀ, ਤਾਂ ਕਰਕੇ ਫਿਰ ਇਹਨਾਂ ਨੂੰ ਬਣਾ ਲਿਆ ਸੀਗਾ ਸਹਿਮਤੀ ਨਾਲ। ਨੈਕਸਟ ਦੇਖੋ, ਪਬਲਿਕ ਆਰਡਰ ਇਜ਼ ਐਨ ਆਈਟਮ ਇਨ ਦਾ ਕਨਸਟੀਟਿਊਸ਼ਨ ਫਿਗਰਸ ਇਨ। ਠੀਕ ਹੈ, ਪਬਲਿਕ ਆਰਡਰ ਜਿਹੜਾ ਵਾ, ਪਬਲਿਕ ਆਰਡਰ ਬਾਰੇ ਇਹਨਾਂ 'ਚੋਂ ਕਿਹਦੇ ਵਿੱਚ ਦੱਸਿਆ ਗਿਆ ਵਾ? ਯੂਨੀਅਨ ਲਿਸਟ, ਸਟੇਟ ਲਿਸਟ, ਕਨਕਰੈਂਟ ਲਿਸਟ, ਰੈਜ਼ੀਡਿਊਰੀ ਪਾਵਰਸ। ਠੀਕ ਹੈ, ਇਹਨਾਂ 'ਚ ਕਿਹਦੇ 'ਚ ਦੱਸਿਆ ਗਿਆ ਵਾ ਪਬਲਿਕ ਆਰਡਰ ਬਾਰੇ? ਤੇ ਪਬਲਿਕ ਆਰਡਰ ਹੁੰਦਾ ਕੀ ਆ? ਪਬਲਿਕ ਆਰਡਰ ਹੁੰਦਾ ਵਾ ਕਿ ਵੀ
ਲॉ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ, ਠੀਕ ਹੈ, ਕਾਨੂੰਨ ਵਿਵਸਥਾ ਬਣਾ ਕੇ ਰੱਖਣਾ। ਤਾਂ ਪੁਲਿਸ ਐਂਡ ਪਬਲਿਕ ਆਰਡਰ ਦੋਵੇਂ ਕਿਹੜੀ ਲਿਸਟ 'ਚ ਆਉਂਦੇ ਨੇ? ਪੁਲਿਸ ਐਂਡ ਪਬਲਿਕ ਆਰਡਰ ਦੋਵੇਂ ਹੀ ਸਟੇਟ ਲਿਸਟ ਦੇ ਵਿੱਚ ਆਉਂਦੇ ਨੇ, ਠੀਕ ਹੈ। ਨਾਲ ਦੀ ਨਾਲ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਰਾਈਟ ਆਨਸਰ ਕਮੈਂਟ ਕਰੋ। ਦੋਨੋਂ ਹੀ ਸਟੇਟ ਲਿਸਟ ਦੇ ਵਿੱਚ ਆਉਂਦੇ ਨੇ, ਪੁਲਿਸ ਐਂਡ ਪਬਲਿਕ ਆਰਡਰ। ਕਿਹਦੇ ਵਿੱਚ? 7ਵੇਂ ਸ਼ਡਿਊਲ ਦੇ ਵਿੱਚ, ਸੰਵਿਧਾਨ ਦੇ 7ਵੇਂ ਸ਼ਡਿਊਲ ਦੇ ਵਿੱਚ। ਨੈਕਸਟ, ਵੈਸੇ ਤੁਹਾਨੂੰ ਪਤਾ ਸਾਰੀਆਂ ਲਿਸਟਾਂ 7ਵੇਂ ਸ਼ਡਿਊਲ 'ਚ ਆ। ਕਿਹੜੀਆਂ? ਸਟੇਟ ਲਿਸਟ ਜਿਹਦੇ 'ਚ ਕੀ ਸੂਬਾ ਸਰਕਾਰ ਦੇ ਕੰਮ ਹੁੰਦੇ ਆ, ਠੀਕ ਹੈ। ਸੈਂਟਰ ਲਿਸਟ ਜਿਹ 'ਚ ਕੇਂਦਰ ਸਰਕਾਰ ਦੇ ਕੰਮ ਹੁੰਦੇ ਆ, ਤੇ ਇੱਕ ਹੁੰਦੀ ਆ ਕਨਕਰੰਟ ਲਿਸਟ ਜਿਹ 'ਚ ਦੋਵਾਂ ਦੇ ਮਿਲਾ ਕੇ ਕੰਮ ਹੁੰਦੇ ਆ, ਦੋਵਾਂ ਦੀਆਂ ਮਿਲਾ ਕੇ ਦੱਸੀਆਂ ਡਿਊਟੀਜ਼ ਐਂਡ ਪਾਵਰਸ ਦੱਸੀਆਂ ਹੁੰਦੀਆਂ ਵਾ ਕਨਕਰੰਟ ਲਿਸਟ 'ਚ। ਸਟੇਟ ਤੇ ਸੈਂਟਰ ਦੋਵਾਂ ਦੀਆਂ ਹੁੰਦੀਆਂ ਨੇ, ਠੀਕ ਹੈ। ਵਿਚ ਅਮੰਗ ਦਾ ਫੋਲੋਇੰਗ ਸਟੇਟਸ ਹੈਜ਼ ਅ ਹਾਈਐਸਟ ਨੰਬਰ ਆਫ ਸੀਟਸ ਇਨ ਲੋਕ ਸਭਾ। ਤਾਂ ਕਿਹੜੀ ਸਟੇਟ ਦੇ ਵਿੱਚ ਸਭ ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਹੈਗੀਆਂ ਨੇ, ਠੀਕ ਹੈ। ਲੋਕ ਸਭਾ ਕਿਹੜੀ ਹੁੰਦੀ ਆ? ਲੋਕ ਸਭਾ ਉਹ ਹੁੰਦੀ ਆ ਜਿਵੇਂ ਪਾਰਲੀਮੈਂਟ ਹੈ ਇੰਡੀਆ ਦੀ, ਉਹਦੇ 'ਚ ਦੋ ਹੁੰਦੀਆਂ ਨਾ, ਰਾਜ ਸਭਾ ਤੇ ਲੋਕ ਸਭਾ। ਲੋਕ ਸਭਾ ਹੁੰਦੀ ਜਿਹਦੇ ਵਿੱਚੋਂ ਕੀ ਆ ਪ੍ਰਧਾਨ ਮੰਤਰੀ ਚੁਣਿਆ ਜਾਂਦਾ, ਠੀਕ ਹੈ, ਉਹੀ ਮੋਦੀ ਵਾਲਾ, ਠੀਕ ਹੈ, ਜਿਹੜੀਆਂ ਵੋਟਾਂ ਪਿੱਛੇ ਹੋਈਆਂ 2019 'ਚ ਲੋਕ ਸਭਾ ਦੀਆਂ ਵੋਟਾਂ ਸੀ, ਠੀਕ ਹੈ। ਤਾਂ ਲੋਕ ਸਭਾ ਦੀਆਂ ਸੀਟਾਂ ਸਭ ਤੋਂ ਵੱਧ ਕਿੱਥੇ ਆ? ਇਹਨਾਂ ਆਪਸ਼ਨ 'ਚੋਂ ਪੁੱਛਿਆ ਵਾ, ਵੈਸੇ ਸਭ ਤੋਂ ਵੱਧ ਕਿੱਥੇ ਆ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ, ਠੀਕ ਹੈ। ਪੰਜਾਬ ਦੀਆਂ ਕਿੰਨੀਆਂ ਵਾ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ, ਠੀਕ ਹੈ। ਇਹ 2-3 ਇੰਪੋਰਟੈਂਟ ਕੁਐਸਚਨਸ ਬਣਦੇ ਆ। ਤਾਂ ਦੇਖੋ, ਵੈਸੇ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ ਸੀਟਾਂ ਹੈਗੀਆਂ ਯੂਪੀ ਦੀਆਂ ਲੋਕ ਸਭਾ ਦੇ ਵਿੱਚ 80, ਠੀਕ ਹੈ। ਦੂਸਰੇ ਨੰਬਰ ਤੇ ਹੈਗੀਆਂ ਨੇ ਮਹਾਰਾਸ਼ਟਰ ਦੀਆਂ 48, ਠੀਕ ਹੈ। ਤੇ ਤੀਸਰੇ ਨੰਬਰ ਤੇ ਕਿਹਦੀਆਂ ਨੇ? ਵੈਸਟ ਬੰਗਾਲ ਦੀਆਂ 42, ਤੇ ਚੌਥੇ ਨੰਬਰ ਤੇ ਕਿਹਦੀਆਂ ਨੇ? ਬਿਹਾਰ ਦੀਆਂ 40, ਠੀਕ ਹੈ। ਤਾਂ ਹੁਣ ਇਹਨਾਂ ਨੇ ਇਹਨਾਂ ਆਪਸ਼ਨਾਂ 'ਚੋਂ ਪੁੱਛਿਆ ਸੀਗਾ ਕਿ ਸਭ ਤੋਂ ਵੱਧ ਸੀਟਾਂ ਕਿਹਦੇ 'ਚ ਨੇ, ਤੇ ਇਹਨਾਂ 'ਚ ਸਭ ਤੋਂ ਵੱਧ ਕਿਹਦੇ 'ਚ ਨੇ? ਮਹਾਰਾਸ਼ਟਰ 'ਚ। ਓਵਰਆਲ ਮਹਾਰਾਸ਼ਟਰ ਕਿੰਨਵੇਂ ਨੰਬਰ ਤੇ ਆ? ਸੈਕਿੰਡ ਨੰਬਰ ਤੇ। ਥਰਡ ਨੰਬਰ ਤੇ ਬੰਗਾਲ, ਫੋਰਥ ਤੇ ਬਿਹਾਰ, ਤੇ ਯੂਪੀ ਪਹਿਲੇ ਨੰਬਰ ਤੇ 80 ਸੀਟਾਂ, ਠੀਕ ਹੈ। ਤੇ ਪੰਜਾਬ ਦੀਆਂ ਤੁਸੀਂ ਯਾਦ ਰੱਖਣੀ, ਕਿਉਂਕਿ ਆਪਾਂ ਪੰਜਾਬ ਤੋਂ ਆਪਣਾ ਕੁਐਸਚਨ ਦਾ, ਪੰਜਾਬ ਦੇ ਵਿੱਚ ਕਿੰਨੀਆਂ ਨੇ ਲੋਕ ਸਭਾ ਸੀਟਾਂ? ਪੰਜਾਬ ਦੇ ਵਿੱਚ ਲੋਕ ਸਭਾ ਸੀਟਾਂ ਪੰਜਾਬ ਦੇ ਵਿੱਚ ਕਿੰਨੀਆਂ ਨੇ? 13, ਠੀਕ ਹੈ। ਤੇ ਰਾਜ ਸਭਾ ਦੀਆਂ ਸੀਟਾਂ ਪੰਜਾਬ ਦੇ ਵਿੱਚ ਕਿੰਨੀਆਂ ਨੇ? 7, ਠੀਕ ਹੈ। ਰਾਜ ਸਭਾ ਦੀਆਂ ਕਿੰਨੀਆਂ ਨੇ? 7। ਤੇ ਯੂਪੀ ਦੇ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਨੇ? 31। ਤਾਂ ਰਾਜ ਸਭਾ ਤੇ ਲੋਕ ਸਭਾ ਦੋਵਾਂ ਦੀਆਂ ਸੀਟਾਂ ਯੂਪੀ ਵਾਸਤੇ ਯਾਦ ਰੱਖਿਓ, ਲੋਕ ਸਭਾ ਤੇ ਰਾਜ ਸਭਾ, ਠੀਕ ਹੈ। ਤੇ ਮਹਾਰਾਸ਼ਟਰ ਦੇ ਵਿੱਚ 48 ਤੇ 19, ਠੀਕ ਹੈ। ਆਹ 19 ਲਿਖਿਆ ਨੇ, ਆ ਮਹਾਰਾਸ਼ਟਰ ਦੀਆਂ। ਤਾਂ ਇਹ ਵੈਰੀ ਵੈਰੀ ਇੰਪੋਰਟੈਂਟ ਫੈਕਟਸ ਆਪਾਂ ਇੱਥੇ ਰਿਵਾਈਜ਼ ਕੀਤੇ ਆ। ਨੈਕਸਟ ਦੇਖੋ, who was the first chairman of Indian Constitution's drafting committee? ਤਾਂ ਇੰਡੀਆ ਦੀ ਜਿਹੜੀ ਸੰਵਿਧਾਨ ਬਣਿਆ ਉਹਦੀ ਡਰਾਫਟਿੰਗ ਕਮੇਟੀ ਦਾ ਹੈੱਡ ਕੌਣ ਸੀ? ਇੱਕ ਤਾਂ ਸੀਗਾ ਵੈਸੇ ਓਵਰਆਲ ਕਨਸਟੀਟਿਊਸ਼ਨ ਦਾ ਪ੍ਰੈਜ਼ੀਡੈਂਟ ਕੌਣ ਸੀ ਨਾ, ਸਾਰੀ ਅਸੈਂਬਲੀ ਦਾ। ਦੇਖੋ ਜਿਹੜੀ ਕਨਸਟੀਟਿਊਸ਼ਨ ਅਸੈਂਬਲੀ ਸੀਗੀ ਉਹਦੇ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਕਮੇਟੀ ਸੀਗੀਆਂ, ਠੀਕ ਹੈ। ਤੁਹਾਨੂੰ 'ਚ ਇੱਕ ਕਮੇਟੀ ਸੀ ਡਰਾਫਟਿੰਗ ਕਮੇਟੀ। ਤਾਂ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸੀਗੇ? ਇਸ ਚੀਜ਼ ਦਾ ਤੁਸੀਂ ਆਨਸਰ ਕਰਨਾ ਹੈ, ਠੀਕ ਹੈ। ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸੀ? ਤਾਂ ਦੇਖੋ, ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ ਡਾਕਟਰ BR ਅੰਬੇਦਕਰ, ਠੀਕ ਹੈ। BR ਅੰਬੇਦਕਰ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਵੇ ਕਿ ਬਾਕੀ ਕਿਹਦੇ ਚੇਅਰਮੈਨ ਸੀਗੇ, ਠੀਕ ਹੈ। ਜਿਵੇਂ ਕਿ ਆਪਣੇ ਲਈ ਇੰਪੋਰਟੈਂਟ ਆ ਕਿ ਹਾਊਸ ਕਮੇਟੀ ਦੇ ਚੇਅਰਮੈਨ ਕੌਣ ਸੀ? ਸਟੀਅਰਿੰਗ ਕਮੇਟੀ ਦੇ ਚੇਅਰਮੈਨ ਵੀ ਕੌਣ ਸੀਗੇ? ਡਾਕਟਰ ਅੰਬੇਦਕਰ। ਸਟੀਅਰਿੰਗ ਕਮੇਟੀ ਦੇ ਚੇਅਰਮੈਨ ਵੀ ਸੀਗੇ ਡਾਕਟਰ BR ਅੰਬੇਦਕਰ। ਰੂਲਸ ਆਫ ਪ੍ਰੋਸੀਜਰ ਕਮੇਟੀ ਦੇ ਡਾਕਟਰ BR ਅੰਬੇਦਕਰ, ਠੀਕ ਹੈ। ਆ ਜਿਹੜੇ ਬਾਕੀ ਨਾਮ ਨੇ ਇਹ ਸਾਰੇ ਕੀ ਹੈ? ਡਰਾਫਟਿੰਗ ਕਮੇਟੀ ਦੇ ਮੈਂਬਰ ਰਹੇ ਆ, ਪਰ ਚੇਅਰਮੈਨ ਨਹੀਂ ਸੀਗੇ, ਇਹ ਸਿਰਫ ਮੈਂਬਰ ਸੀਗੇ, ਠੀਕ ਹੈ। ਜਾਨੀ ਕਿ ਇਹਨਾਂ ਦੇ ਨਾਲ ਹੈਲਪ ਕਰਨ ਲਈ ਨਾਲ ਬਾਕੀ ਮੈਂਬਰ ਸੀਗੇ ਟੀਮ ਦੇ ਵਿੱਚ, ਠੀਕ ਹੈ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਵੇ ਕਿ ਫੰਡਾਮੈਂਟਲ ਰਾਈਟ, ਮਾਈਨੋਰਿਟੀ ਤੇ ਟਰਾਈਬਲ, ਇਹਨਾਂ ਕਮੇਟੀਆਂ ਦੇ ਚੇਅਰਮੈਨ ਕੌਣ ਸੀਗੇ? ਤਾਂ ਇਹਨਾਂ ਦੇ ਚੇਅਰਮੈਨ ਸੀਗੇ ਸਰਦਾਰ ਵੱਲਭ ਭਾਈ ਪਟੇਲ, ਠੀਕ ਹੈ। ਤੇ ਆਰਡਰ ਆਫ ਬਿਜ਼ਨਸ ਕਮੇਟੀ ਦੇ ਸੀਗੇ KM ਮੁਨਸ਼ੀ। ਐਡ ਹੌਕ ਕਮੇਟੀ ਔਨ ਨੈਸ਼ਨਲ ਫਲੈਗ, ਠੀਕ ਹੈ। ਨੈਸ਼ਨਲ ਫਲੈਗ ਬਾਰੇ ਜਿਹੜੀ ਕਮੇਟੀ ਸੀ ਸੀਗੇ ਜਵਾਹਰ ਲਾਲ ਨਹਿਰੂ। ਐਡ ਹੌਕ ਕਮੇਟੀ ਔਨ ਨੈਸ਼ਨਲ ਫਲੈਗ, ਠੀਕ ਹੈ। ਇਹਦੇ ਚੇਅਰਮੈਨ ਵੀ ਤੁਸੀਂ ਯਾਦ ਰੱਖਣੇ ਆ, ਜਵਾਹਰ ਲਾਲ ਨਹਿਰੂ। ਨੈਕਸਟ, ਇਨ ਵਿਚ ਈਅਰ ਦਾ ਕਨਸਟੀਟਿਊਟ ਅਸੈਂਬਲੀ ਆਫ ਇੰਡੀਆ ਸਟਾਰਟਡ ਫੰਕਸ਼ਨਿੰਗ, ਠੀਕ ਹੈ। ਕਦੋਂ ਸੰਵਿਧਾਨ ਲਾਗੂ ਹੋਇਆ? ਸੌਰੀ, ਅਸੈਂਬਲੀ ਨੇ ਕਦੋਂ ਕੰਮ ਕਰਨਾ ਸ਼ੁਰੂ ਕੀਤਾ? ਕਨਸਟੀਟਿਊਟ ਅਸੈਂਬਲੀ ਕਦੋਂ ਬਣੀ? ਇਹਨੇ ਕਦੋਂ ਕੰਮ ਕਰਨਾ ਸ਼ੁਰੂ ਕੀਤਾ? ਤਾਂ ਇਹ ਕਮੇਟੀ ਨੇ ਕਦੋਂ ਕੰਮ ਸ਼ੁਰੂ ਕੀਤਾ? 1947 ਦੇ ਵਿੱਚ, ਠੀਕ ਹੈ। 29 ਅਗਸਤ 1947 ਨੂੰ ਇਸ ਕਮੇਟੀ ਨੇ ਕੰਮ ਕਰਨਾ ਸ਼ੁਰੂ ਕੀਤਾ, ਠੀਕ ਹੈ। ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ BR ਅੰਬੇਦਕਰ, ਤੇ ਵੈਸੇ ਓਵਰਆਲ ਚੇਅਰਮੈਨ ਸੀਗੇ ਡਾਕਟਰ ਹਰਜਿੰਦਰ ਪ੍ਰਸਾਦ। ਜੇ ਪੁੱਛਣ ਪਹਿਲੇ ਚੇਅਰਮੈਨ ਕੌਣ ਸੀ, ਤਾਂ ਪਹਿਲੇ ਸੀਗੇ ਡਾਕਟਰ ਸਚਿਦਾਨੰਦ ਸਿਨਹਾ। ਉਹਨਾਂ ਨੂੰ ਵੈਸੇ ਚੂਜ਼ ਕੀਤਾ ਸੀਗਾ 2 ਦਿਨ ਦੇ ਲਈ, ਠੀਕ ਹੈ। ਨੈਕਸਟ ਦੇਖੋ, ਵੇਅਰ ਇਨ ਇੰਡੀਅਨ ਕਨਸਟੀਟਿਊਸ਼ਨ ਹੈਜ਼ ਇਕਨੋਮਿਕ ਜਸਟਿਸ ਬੀਨ ਪ੍ਰੋਵਾਈਡਡ ਐਜ਼ ਵਨ ਆਫ ਦਾ ਆਬਜੈਕਟਿਵਸ, ਠੀਕ ਹੈ। ਤਾਂ ਇਕਨੋਮਿਕ ਜਸਟਿਸ ਲੋਕਾਂ ਨੂੰ ਦਿੱਤਾ ਜਾਵੇ, ਇਹ ਕਿਹਦੇ 'ਚ ਦੱਸਿਆ ਹੋਇਆ ਵਾ, ਠੀਕ ਹੈ। ਮੈਂਟਲ ਰਾਈਟਸ, ਡਾਇਰੈਕਟਿਵ ਪ੍ਰਿੰਸੀਪਲਸ, ਫੰਡਾਮੈਂਟਲ ਰਾਈਟਸ, ਠੀਕ ਹੈ। ਤਾਂ ਇਹਨਾਂ 'ਚ ਕਿਹਦੇ 'ਚ ਦੱਸਿਆ ਗਿਆ ਵਾ? ਇੱਥੇ ਫੰਡਾਮੈਂਟਲ ਡਿਊਟੀਜ਼ ਆਪਸ਼ਨ ਹੈ,
ठीक है। फंडामेंटल ड्यूटीज, फंडामेंटल राइट्स, डायरैक्टिव प्रिंसीपल्स, मैंटल राइट्स। ਇਹਦੇ ਚ ਇਕਨੋਮਿਕ ਜਸਟਿਸ ਬਾਰੇ ਦੱਸਿਆ ਗਿਆ, ਇਹ ਤੁਸੀਂ ਕਮੈਂਟ ਕਰਨਾ ਹੈ। ਇਕਨੋਮਿਕ ਜਸਟਿਸ ਕਹਿੰਦਾ ਵਾ ਕਿ ਸਾਰਿਆਂ ਨੂੰ ਆਰਥਿਕ ਤੌਰ ਤੇ ਬਰਾਬਰੀ ਦਿੱਤੀ ਜਾਵੇ, ਠੀਕ ਹੈ। ਤਾਂ ਇਹ ਚੀਜ਼ ਕਾਹਦੇ ਚ ਹੋ ਸਕਦੀ ਹੈ, ਤੁਸੀਂ ਆਪ ਸੋਚ ਕੇ ਦੇਖੋ। ਆਰਥਿਕ ਬਰਾਬਰੀ ਹੁਣ ਹਰੇਕ ਨੂੰ ਧੱਕੇ ਨਹੀਂ ਦਿੱਤੀ ਜਾ ਸਕਦੀ। ਹੁਣ ਆਪਾਂ ਇਹ ਥੋੜ੍ਹੇ ਕਹਿ ਸਕਦੇ ਕਿ ਅੰਬਾਨੀ ਵੱਧ ਅਮੀਰ ਕਿਉਂ ਜੀ, ਅਸੀਂ ਕਿਉਂ ਨਹੀਂ ਗੇ, ਠੀਕ ਹੈ। ਜਾਂ ਕੋਈ ਬੰਦਾ ਵਿਹਲਾ ਬੈਠ ਜਾਓ ਕਵੇ ਮੈਂ ਕੰਮ ਤੇ ਕਰਨਾ ਨਹੀਂਗਾ, ਪਰ ਮੈਨੂੰ ਬਾਕੀਆਂ ਦੇ ਬਰਾਬਰ ਪੈਸਾ ਦਿੱਤਾ ਜਾਵੇ, ਮੈਨੂੰ ਬਾਕੀਆਂ ਦੇ ਬਰਾਬਰ ਅਮੀਰ ਬਣਾਇਆ ਜਾਵੇ, ਹੈ ਨਾ। ਤਾਂ ਇਹ ਇਕਨੋਮਿਕ ਜਸਟਿਸ ਕਿਸੇ ਨੂੰ ਦਾਅਵਾ ਨਹੀਂ ਕੀਤਾ ਜਾ ਸਕਦਾ ਗਾ, ਇਹ ਸਿਰਫ ਸਰਕਾਰਾਂ ਦਾ ਇੱਕ ਪਰਪਸ ਹੋ ਸਕਦਾ ਵਾ, ਹੈ ਨਾ, ਕਿ ਵੀ ਅਸੀਂ ਲੋਕਾਂ ਦੇ ਵਿੱਚ ਆਰਥਿਕ ਬਰਾਬਰੀ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਲੋਕਾਂ ਨੂੰ ਬਰਾਬਰ ਰੁਜ਼ਗਾਰ ਦੇ ਅਵਸਰ ਪ੍ਰਦਾਨ ਕਰਾਂਗੇ। ਸੋ ਇਹ ਸਰਕਾਰ ਦਾ ਇੱਕ ਟੀਚਾ ਹੋ ਸਕਦਾ ਵਾ, ਇੱਕ ਕਿਸੇ ਬੰਦੇ ਦਾ ਰਾਈਟ ਨਹੀਂ ਹੋ ਸਕਦਾ। ਰਾਈਟ ਕਿਹੜਾ ਹੁੰਦਾ ਰਾਜੇ? ਰਾਈਟ ਉਹ ਚੀਜ਼ ਹੁੰਦੀ ਜਿਹੜੀ ਦੇਣੀ ਪੈਣੀ ਆ, ਜੋ ਨਹੀਂ ਦਿੱਤੀ ਗਈ ਤੇ ਬੰਦਾ ਕੰਪਲੇਨ ਕਰ ਸਕਦਾ ਕਿ ਜੇ ਮੇਰਾ ਰਾਈਟ ਸੀ ਮੈਨੂੰ ਦਿੱਤਾ ਨਹੀਂ ਹੈ, ਠੀਕ ਹੈ। ਤਾਂ ਰਾਈਟ ਦੇ ਵਿੱਚ ਤਾਂ ਓਬਵੀਅਸਲੀ ਨਹੀਂ ਆ ਸਕਦਾ ਗਾ। ਇਹ ਕੀ ਚਾਹੂਗਾ? ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ। ਡਾਇਰੈਕਟਿਵ ਪ੍ਰਿੰਸੀਪਲ ਕਹਿੰਦੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, DPSP ਵੀ ਕਹਿੰਦੇ ਸ਼ਾਰਟਕਟ ਚ। ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਮਤਲਬ ਉਹ ਰੂਲਸ ਐਂਡ ਰੈਗੂਲੇਸ਼ਨ ਇਹਦੇ ਵਿੱਚ ਲਿਖੇ ਹੋਏ ਆ ਜਿਹੜੇ ਸਰਕਾਰ ਨੂੰ ਦੱਸਦੇ ਕਿ ਤੁਸੀਂ ਕਿਹੋ ਜਿਹੇ ਕੰਮ ਕਰਨੇ, ਕਿਹੋ ਜਿਹੀਆਂ ਪਾਲਿਸੀਆਂ ਚਲਾਉਣੀਆਂ ਵਾ। ਮਤਲਬ ਇਹ ਚ ਕੁੱਲ ਮਿਲਾ ਕੇ ਸਰਕਾਰ ਨੇ ਇਹ ਕਿਹਾ ਹੁੰਦਾ ਕਿ ਅਸੀਂ ਲੋਕਾਂ ਦਾ ਭਲਾ ਕਰਾਂਗੇ, ਠੀਕ ਹੈ, ਜਿੰਨਾ ਵੀ ਪੋਸੀਬਲ ਹੋਊਗਾ। ਇਹ ਚੀਜ਼ ਇਹਦੇ ਚ ਲਿਖੀ ਹੁੰਦੀ ਆ। ਤੇ ਓਬਵੀਅਸਲੀ ਇਕਨੋਮਿਕ ਜਸਟਿਸ ਦੀ ਗੱਲ ਵੀ ਫਿਰ ਇਹਦੇ ਚ ਕੀਤੀ ਹੋਊਗੀ, ਕਿਉਂਕਿ ਇਹ ਸਿਰਫ ਇੱਕ ਡਾਇਰੈਕਸ਼ਨ ਦੇ ਰਿਹਾ ਉਹਨਾਂ ਨੂੰ, ਇੱਕ ਉਹਨਾਂ ਨੂੰ ਨਿਰਦੇਸ਼ ਦੇ ਰਿਹਾ, ਗਾਈਡੈਂਸ ਲਈ ਬਣਾਏ ਹੋਏ ਆ। ਇਹਨਾਂ ਤੇ ਥੋਪੇ ਨਹੀਂ ਹੋਏ ਸਰਕਾਰ ਦੀ, ਠੀਕ ਹੈ। ਇਹ ਸਿਰਫ ਇੱਕ ਗਾਈਡੈਂਸ ਲਈ ਹੁੰਦੇ ਆ, ਠੀਕ ਹੈ। ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਐਕਸਪਲੇਨ ਕੀ ਚ ਕੀਤੇ ਹੁੰਦੇ ਆ? ਦੇਖੋ ਪਾਰਟ 4 ਦੇ ਵਿੱਚ, ਠੀਕ ਹੈ, ਪਾਰਟ 4 ਦੇ ਵਿੱਚ, ਠੀਕ ਹੈ। ਪਾਰਟ 4 ਦੇ ਵਿੱਚ ਇਹਨਾਂ ਨੂੰ ਐਕਸਪਲੇਨ ਕੀਤਾ ਹੋਇਆ ਵਾ। ਆਰਟੀਕਲ ਨੰਬਰ ਕਿੱਥੋਂ ਸ਼ੁਰੂ ਹੋ ਜਾਂਦੇ ਇਹ ਤੁਸੀਂ ਆਪ ਹੀ ਦੱਸੋ, ਕਮੈਂਟ ਕਰੋ। 36 ਤੋਂ 51 ਤੱਕ ਇਹ ਸਾਰੇ ਡਾਇਰੈਕਟਿਵ ਪ੍ਰਿੰਸੀਪਲਸ ਹੀ ਆ, 36 ਤੋਂ 51 ਤੱਕ। DSPSC ਇਹਦੇ ਚ Directive Principles of State Policy, na? Which one of the following is not enumerated as a right in the Constitution of India? ठीक है, इन्हें जो केड़ा या एक right के तौर पे नहीं गा। Right to religion, economic right, educational right, political and social right. इन्हें जो केड़ा एक right नहीं गा। Very easy question है। देखो इको चीज़ां नूं अलग वर्ड्स दे विच पुछ लिया वा। देखो की आ इकनॉमिक राइट नहीं दिता जा सकता गा, आर्थिक राइट नहीं दिते जा सकते, राइट टू रिलीजन दिता जा सकता, कोई किसी भी धर्म नूं फॉलो कर सकता, ठीक है। ये चीज़ अपने एक्सप्लेन की हुई है, ठीक है, आर्टिकल नंबर 26 दे विच ये चीज़ दसी हुई है ना। पोलीटिकल ते सोशल राइट्स भी हैगे, सीटां तक राखवियां कीतियां हुई वा ना, कुछ फीमेल दे लई भी सीटां राखवियां ने, SC ST लई भी सीटां राखवियां ने। तो इसदा मतलब उन्होंने पोलीटिकल ते सोशल राइट दिते हुए नहीं, उन्होंने पोलीटिकल ते सोशल अपलिफ्टमेंट वास्ते चीज़ की गई है ना। तो एजुकेशनल राइट तो हैगा ही है, पता ही है, 6 तो लैके 14 साल की उम्र तक के बच्चों के लिए की आ एजुकेशनल राइट हैगा फ्री ते लाजमी सिक्ख्या, फ्री ते लाजमी सिक्ख्या, लाजमी मतलब राइट होगी हुण, ठीक है। बच्चे का एजुकेशन लेना राइट आ, ये सारे राइट्स आ, बट इकनॉमिक राइट नहीं गा, ठीक है। नैक्सट देखो, इन विच शेड्यूल ऑफ इंडियन कॉन्स्टिट्यूशन पावर्स ऑफ पंचायत आर स्टेटेड। तो जिहड़ियां पंचायतां दे कोल पावर्स ने वो किहड़े आर्टिकल दे सॉरी किहड़े शेड्यूल दे विच दस्सियां गईयां ने, ठीक है। तो टोटल अपने इंडियन कॉन्स्टिट्यूशन के 12 शेड्यूल ने, सानू 12 के 12 रटे होने चाहिए है, ठीक है। हर बारी एक शेड्यूल फिक्स ही है भी पेपर के आ रहा, कभी किहड़ा कभी किहड़ा, ठीक है। शेड्यूल पूछना फेवरेट टॉपिक है बई पॉलिटी दे विच। तो देखो मैं तुहानू सारी दस दिंदी, 8वां शेड्यूल काहदे बारे आ, इह च 22 भारती भाषावां, 22 भारती भाषावां दे बारे दस्सिया होया जिहड़ियां कि अपने इहदे विच दस्सियां होईयां ने, ठीक है। नैक्सट 9th शेड्यूल है ना, 9th शेड्यूल इनू आप पहली अमेंडमेंट के जी पहली अमेंडमेंट पहले सिर्फ 8 ही शेड्यूल होंगे सी, ठीक है। जो संविधान बनया सी शुरू च 8 शेड्यूल सीगे, हुण किन्ने ने 12, ठीक है। तो जिहड़ा नवां वा ये अपना फस्ट अमेंडमेंट के शामिल किया गया सीगा, ठीक है। तो ये खास गल यही आ। नैक्सट ये लैंड रिफॉर्म्स वगैरह इहदे शामिल किए गए, 9वें दे लैंड रिफॉर्म्स वगैरह इहदे पाए हुए आ। 10वां शेड्यूल की सीगा, ये राजीव गांधी ने इंट्रोड्यूस किया सीगा, राजीव गांधी ने इंट्रोड्यूस किया सी। 52वीं कॉन्स्टिट्यूशनल अमेंडमेंट दे विच आया सीगा ये, ठीक है। तो इहदे च सीगा एंटी डिफेक्शन लॉ, मतलब कोई बंदा वोटां जित गया, ठीक है, मान लो कोई बंदा अकाली दल च खड़ा से वोटां जित गया, बाद चों की वो मान लो कि आपकी पार्टी बदल लवे, तो फिर की है उस इलाके दोबारा वोटां पैणगियां, ये हुंदा सी एंटी डिफेक्शन लॉ, ठीक है, कि कोई वोटां जितण तो बाद दल नहीं बदल सकता गा। तो ये राजीव गांधी ने इंट्रोड्यूस किया सीगा, 52वीं अमेंडमेंट दे विच ये आया सीगा। 11वां शेड्यूल ये हैगा वा पंचायतां बारे, ठीक है। 11वां शेड्यूल पंचायतां बारे आ, इहदे विच 29 सबजैक्ट आ,
ये सारे क्वेश्चन इंपॉर्टेंट है, कुछ मैं बोलदी ना सिर्फ इंपॉर्टेंट इन्फॉर्मेशन ही एक्सप्लेन करदी, वाधू घाटू कुछ नहीं, ठीक है। 29 सबजैक्ट है ये 11वां शेड्यूल 29 सबजैक्ट आ, ते 73वीं अमेंडमेंट दे विच आया सीगा, ठीक है। ते पंचायतां नाल संबंध रखदा, अपने क्वेश्चन दा आंसर यही है 4th, ठीक है। नैक्सट क्वेश्चन देखो, आ तो मैं एक्सप्लेन करता वा है ना। डायरैक्टिव प्रिंसीपल्स ऑफ स्टेट पॉलिसी वाज अडैप्टेड फ्रॉम, राज दे नीति निर्देशक सिद्धांत, ठीक है, ये कित्थों प्रभावित होकर लए गए सी, किहड़े मुल्क दी कॉन्स्टिट्यूशन तो प्रभावित होकर ये लए गए सी, कित्थों अडॉप्ट किए गए राज दे नीति निर्देशक सिद्धांत, ये पार्ट चौथे दे विच दस्से होए आ, सॉरी चौथा 14वां लिखता इत्थे, पार्ट चौथे दे विच दस्से होए आ, आर्टिकल नंबर 36 तो 52 तक, ठीक है। ये तो बेसिक इन्फॉर्मेशन पता ही होनी चाहिए, बहुत बार पेपर च पूछते हैं। आर्टिकल नंबर 36 तो 52 तक, पार्ट चौथा आर्टिकल 36 तो 52 तक दसे हुए ते ले गए आयरलैंड की कॉन्स्टिट्यूशन, आयरिश कॉन्स्टिट्यूशन मतलब आयरलैंड मुल्क की कॉन्स्टिट्यूशन तो ये ले गए आ, ठीक है। ऑप्शन नंबर 4 इज द राइट आंसर। नैक्सट क्वेश्चन की है, देखो नैक्सट क्वेश्चन, हाँ, विच वन ऑफ द फॉलोइंग इज गार्डियन ऑफ फंडामेंटल राइट्स, तो फंडामेंटल राइट्स ਜਿਹੜੇ ਆਪਣੇ ਕੀ ਆ ਮੌਲਿਕ ਅਧਿਕਾਰ ਆ, ਉਹਨਾਂ ਦੀ ਰਖਵਾਲੀ ਕੌਣ ਕਰਦਾ ਵਾ, ਆਪਣੇ ਫੰਡਾਮੈਂਟਲ ਰਾਈਟਸ ਦੀ ਮੌਲਿਕ ਅਧਿਕਾਰਾਂ ਦੀ ਰਖਵਾਲੀ ਕੌਣ ਕਰਦਾ। ਤੇ ਦੇਖੋ ਮੈਂ ਪੂਰਾ ਟੌਪਿਕ ਹੀ ਦੱਸ ਦਿੰਨੀ ਆ, ਜਿਹੜੇ ਫੰਡਾਮੈਂਟਲ ਰਾਈਟਸ ਆ ਉਹ ਪਾਰਟ ਤੀਜੇ ਦੇ ਵਿੱਚ ਦੱਸੇ ਹੋਏ ਆ, ਠੀਕ ਹੈ। ਸੰਵਿਧਾਨ ਦੇ ਟੋਟਲ 22 ਪਾਰਟ ਆ, ਠੀਕ ਹੈ, 12 ਸ਼ਡਿਊਲ ਆ, 22 ਪਾਰਟ ਆ, ਤਾਂ ਤੀਜੇ ਪਾਰਟ ਦੇ ਵਿੱਚ ਇਹ ਦੱਸੇ ਹੋਏ ਆ, ਠੀਕ ਹੈ। 12 ਤੋਂ ਲੈ ਕੇ 35 ਤੱਕ ਆਪਣੇ ਫੰਡਾਮੈਂਟਲ ਰਾਈਟਸ ਹੀ ਆ। ਕਿੰਨੇ ਫੰਡਾਮੈਂਟਲ ਰਾਈਟਸ ਆਪਣੇ ਤੁਹਾਨੂੰ ਪਤਾ ਹੋਣਾ ਚਾਹੀਦਾ कि टोटल 6 राइट्स आ, किवें 5 अपने वैसे राइट आ, 5 राइट अपने वैसे आ, ते एक अपना एक्स्ट्रा राइट आ जिन्होंने की कहते हैं कॉन्स्टिट्यूशनल रेमेडी, 5 अपने राइट आ, 6वां कॉन्स्टिट्यूशनल रेमेडी है, तो टोटल मिला के कितने राइट हो जाते 6 राइट। हुण मैं दसदी है कि आ जिहड़े अपने 5 राइट आ, अपने जिहड़े 5 राइट आपां दित्ते होए आ, भी आपां धर्म दी फॉलो कर सकते हैं, ठीक है, मतलब आपकी आज़ादी नाल घूम सकते हैं, मुल्क के किसी भी हिस्से जाके रह सकते हैं, कोई भी कारोबार चंगा कारोबार नशा नुशा वाला नहीं, ठीक है, कोई भी चंगा कारोबार चला सकते हैं, आप सारे बराबर हैं, कोई रंग भेद नस्ल भेद नहीं किया जा सकता, ये अपने फंडामेंटल राइट्स है ना, आप अपनी जान की रक्षा कर सकते हैं, ये सारे फंडामेंटल राइट्स आ। ते इन्हां राइट्स की लंघना ना हो, ये भी एक राइट बनाया होया कि इन्हां राइट्स की लंघना ना हो, इनू भी एक राइट के तौर पर बनाया गया, ठीक है। तो 5 अपने वैसे राइट है, एक इन्हां राइट्स की रखवाली वास्ते राइट है, तो टोटल अपने कितने फंडामेंटल राइट आ 6 राइट है, ठीक है, 6 राइट आ। तो एक चीज़ मैं होर दसदा, आ जिहड़ा अपना रेमेडी वाला राइट आ, यह की है आर्टिकल 32 दे विच दस्सिया होया वा, आर्टिकल 32 दे विच दस्सिया होया वा, इहनूं हार्ट एंड सोल ऑफ कॉन्स्टिट्यूशन भी कहंदे आ, हार्ट एंड सोल ऑफ कॉन्स्टिट्यूशन, ठीक है, संविधान के दिल ते आत्मा कहंदे आ 32वें आर्टिकल नूं, ठीक है। यही अपनी कॉन्स्टिट्यूशनल रेमेडी आ, ते ये गल इहदे बारे किहने कही, डॉक्टर अंबेडकर ने कही जिन्होंने संविधान बनाया वा। तां कहंदे कि फंडामेंटल राइट्स की रखवाली कौन करदा वा, सुप्रीम कोर्ट, आर्टिकल 32 के अंडर, ठीक है, सुप्रीम कोर्ट दे विच फंडामेंटल राइट की लंघना होने ते की कीती जा सकदी है, रिट लाई जा सकदी है, ठीक है, रिट लाई जा सकदी है फंडामेंटल राइट्स की उलंघना होने ते आर्टिकल 32 के अंडर। अगे देखो, लिस्ट ऑफ फंडामेंटल ड्यूटीज वर एडेड टू इंडियन कॉन्स्टिट्यूशन एज ए पार्ट ऑफ, फंडामेंटल ड्यूटीज अपनी कित्थे दसियां होईयां ने, ठीक है। तो देखो पार्ट तीजे दे विच फंडामेंटल राइट्स ने, पार्ट चौथे दे विच की है फंडामेंटल ड्यूटीज ने, सॉरी चौथे दे विच अपने की डायरैक्टिव प्रिंसीपल्स ऑफ स्टेट पॉलिसी ने, तो चौथे ए दे विच अपनी की फंडामेंटल ड्यूटीज ने, तो चौथे दे विच ही एक तरह नाल, सॉरी चौथे दे विच ही एक तरह नाल फंडामेंटल ड्यूटीज भी चौथे दे विच ने, कि पार्ट 4th, ठीक है, की है 4th ए, क्योंकि जो कला 4th आ की है डायरैक्टिव प्रिंसीपल्स ऑफ स्टेट पॉलिसी, तो 4th ए दे विच की है फंडामेंटल ड्यूटीज, ठीक है, ये चीज़ सानू पता होनी चाहिए। नैक्सट क्वेश्चन देखो, अंडर which one of the following writs an official can be prevented from taking an action which he is officially not entitled, तो देखो इन्हां चों किहड़ी रिट लगा के किसी अधिकारी नूं रोकिया जा सकता वा अजिहा काम करन तो जिन्हों करन दा हक नहीं रखता पर फिर भी कर रहा, कि अधिकारी कोई काम उहदे अधिकार खेतर च नहीं हैगा पर फिर भी वो कर रहा, तो उहनूं की आ किहड़ी रिट लगा के रोक सकते हैं, ये पूछा होया, ठीक है। तो रिट्स भी बहुत इंपॉर्टेंट टॉपिक ने, रिट्स एमरजेंसीज, ठीक है, शेड्यूल्स, ये तो इन्होंने फेवरेट टॉपिक है। तो फंडामेंटल ड्यूटीज़ मतलब वो चीज़ां पुछदे ने जिहड़ियां एक आम इंसान नूं आपदे बारे पता होना चाहिए कि मैनूं साडा संविधान की दे रहा वा। तो देखो इहदे लई किहड़ी रिट लगाई जांदी आ, मंडामस रिट, ठीक है, रिट जिहड़ी पहले नंबर ते लिखी ऑप्शन नंबर ए, मंडामस रिट लगाई जांदी आ
ਟੋਟਲ ਕੀ ਆ 5 ਟਾਈਪ ਦੀਆਂ ਰਿਟਸ ਹੁੰਦੀਆਂ ਨੇ। ਸੁਪਰੀਮ ਕੋਰਟ ਦੇ ਵਿੱਚ ਆਰਟੀਕਲ 32 ਦੇ ਅੰਡਰ ਲੱਗਦੀ ਆ ਤੇ ਹਾਈ ਕੋਰਟ ਦੇ ਵਿੱਚ ਆਰਟੀਕਲ 226 ਦੇ ਅੰਡਰ ਲੱਗਦੀ ਆ। ਠੀਕ ਹੈ, ਰਿਟ ਇਹਨਾਂ ਦੋ ਆਰਟੀਕਲਸ ਦੇ ਅੰਡਰ ਲੱਗਦੀ ਆ ਤੇ ਕਿਸੇ ਅਧਿਕਾਰੀ ਨੂੰ ਰੋਕਣ ਲਈ ਕਿਹੜੀ ਰਿਟ ਲਗਾਈ ਜਾਂਦੀ ਆ? ਮੰਡਾਮਸ ਰਿਟ। ਠੀਕ ਹੈ, ਮੰਡਾਮਸ ਰਿਟ। ਨੈਕਸਟ, डायरेक्टिव प्रिंसिपल्स ऑफ स्टेट पॉलिसी इन इंडियन कॉन्स्टिट्यूशन वर टेकन फ्रॉम, ये रिपीट हो गया क्वेश्चन है ना कि डायरेक्टिव प्रिंसिपल राज के नीति निर्देशक सिद्धांत कित्थों ले गए? तो जी आयरलैंड की कॉन्स्टिट्यूशन तो ले गए आ। रिपीटेड क्वेश्चन सीगा। एज पर इंडियन कॉन्स्टिट्यूशन द राइट टू प्रॉपर्टी इज, ठीक है, तो राइट टू प्रॉपर्टी किस किस्म का राइट आ? फंडामेंटल राइट, नैचुरल राइट, लीगल राइट या मॉरल राइट? किहड़ा राइट है ये? तो वैरी ईजी क्वेश्चन है, ये एक तरह का लीगल राइट आ। फंडामेंटल राइट की कैटेगरी च इहनूं हटा दिता गया वा, फंडामेंटल राइट वैसे भी नहीं हो सकता। ठीक है, ये चीज़ आ। तो 44th अमेंडमेंट दे विच इहनूं फंडामेंटल राइट की कैटेगरी चों कढ़ता सीगा, हुण ये सिर्फ एक तरह का लीगल राइट आ। ठीक है, कानूनी हक आ, मौलिक अधिकार नहीं गा भी मिलनी है, ये नहीं गा। फिल अप इस ब्लैंक नूं पूरा करो। राइट डैश ड्यूटीज़, ठीक है, राइट डैश ड्यूटीज़। तो कमेंट करो जो तुहानूं पता वा, नहीं तो फिर मैं एक्सप्लेन कर ही देना है। राइट आंसर की है? राइट इंप्लाइज ड्यूटीज। कहने का मतलब कि जे आपां आपदे मतलब नियमां की पालना करांगे है ना, तां ही आपां नूं राइट्स मिलणगे। जे आपां ड्यूटीज़ पूरी करांगे तां ही आपां नूं राइट्स मिलणगे। सपोज दैट उही गल आ कि सपोज दैट कि मैं ये चाहुंदी हाँ कि मैं आपदे धर्म नूं पूरी आज़ादी नाल फॉलो कर सकां। ठीक है, इहदा मतलब की आ? ये चीज़ किवें होऊगी मैं आपदे धर्म नूं पूरी आज़ादी नाल फॉलो करां? यही कि मैनूं कोई बाहरों आके रोके टोके ना, ਇਹਦੇ ਲਈ ਕੀ ਕਿ मैं भी ना किसी ਨੂੰ रोकां। सारे समाज ने एक काम मिल के करना ਹੁੰਦਾ। ਕਹਿੰਦੇ ना कि भी राइट ਤੇ ਡਿਊਟੀਜ਼ ਕੀ ਇੱਕੋ ਸਿੱਕੇ ਦੇ ਦੋ ਪਾਸੇ ਆ, ਉਹ ਚੀਜ਼ ਇੱਥੇ ਕਹੀ ਹੋਈ ਆ, ਇੱਕੋ ਸਿੱਕੇ ਦੇ ਦੋ ਪਾਸੇ ਆ। ਜਿਵੇਂ ਕਿ ਆਪਣਾ ਰਾਈਟ ਆ ਕਿ ਆਪਾਂ ਵੀ ਜਾਨ ਦੀ ਰੱਖਿਆ ਕਰ ਸਕਦੇ ਹਾਂ, ਹਨਾ। ਤੇ ਉਸੇ ਤਰ੍ਹਾਂ ਕਿ ਜੇ ਅਸੀਂ ਕਿਸੇ ਨੂੰ ਹਾਰਮ ਨਹੀਂ ਪਹੁੰਚਾਵਾਂਗੇ ਸੋਸਾਇਟੀ 'ਚ, ਹਰ ਬੰਦਾ ਇਹ ਸੋਚੇ ਤੇ ਤਾਂ ਹੀ ਆਪਾਂ ਨੂੰ ਅਧਿਕਾਰ ਮਿਲ ਸਕਦੇ ਆ। ਇਹ ਚੀਜ਼ ਆ। ਠੀਕ ਹੈ, ਹਾਊ ਮੈਨੀ ਫੰਡਾਮੈਂਟਲ ਰਾਈਟਸ ਵਰ ਗ੍ਰਾਂਟਡ ਇਨੀਸ਼ੀਅਲੀ? ਤਾਂ ਸ਼ੁਰੂ ਦੇ ਵਿੱਚ ਪਹਿਲਾਂ ਕਿੰਨੇ ਫੰਡਾਮੈਂਟਲ ਰਾਈਟਸ ਸੀਗੇ? ਤੁਹਾਨੂੰ ਪਤਾ ਟੋਟਲ ਕਿੰਨੇ ਫੰਡਾਮੈਂਟਲ ਰਾਈਟਸ ਆਪਣੇ? 6, 5 ਰਾਈਟ ਆ ਤੇ ਇੱਕ ਕਨਸਟੀਟਿਊਸ਼ਨਲ ਰੈਮੇਡੀ ਆ। ਠੀਕ ਹੈ, ਤੇ ਪਹਿਲਾਂ ਕਿੰਨੇ ਰਾਈਟ ਸੀਗੇ? 7। ਕਿਹੜਾ? ਦੇਖੋ 5 ਰਾਈਟ ਤੇ 6ਵੀਂ ਰੈਮੇਡੀ ਤਾਂ ਆਪਣੇ ਕੋਲ ਹੁਣ ਵੀ ਹੈਗੀ ਆ, ਪਰ ਪਹਿਲਾਂ ਆਪਾਂ ਕਿੰਨੇ ਕਹਿ ਰਹੇ, ਹੁਣ ਆਪਣੇ ਕੋਲ ਕਿੰਨੇ? 6 ਤੇ ਇਹ ਕਹਿ ਰਹੇ ਪਹਿਲਾਂ ਕਿੰਨੇ ਸੀਗੇ? 7। ਤਾਂ ਇੱਕ ਕਿਹੜਾ ਘਟਾਤਾ ਵਾ? ਉਹੀ ਤੁਹਾਨੂੰ ਪਤਾ ਵਾ, ਰਾਈਟ ਟੂ ਪ੍ਰਾਪਰਟੀ ਨੂੰ ਆਪਾਂ 44ਵੀਂ ਅਮੈਂਡਮੈਂਟ ਦੇ ਵਿੱਚ ਰਾਈਟ ਟੂ ਪ੍ਰਾਪਰਟੀ ਨੂੰ ਕੱਢਤਾ। ਹੁਣ ਰਾਈਟ ਟੂ ਪ੍ਰਾਪਰਟੀ ਕੀ ਫੰਡਾਮੈਂਟਲ ਰਾਈਟ ਨਹੀਂਗਾ, ਇਹ ਕੀ ਇੱਕ ਤਰ੍ਹਾਂ ਦਾ ਲੀਗਲ ਰਾਈਟ। ਠੀਕ ਹੈ, ਹਾਊ ਲਿਬਰਟੀ ਕੈਨ ਬੀ ਲਿਮਟਡ? ਤਾਂ ਲਿਬਰਟੀ ਤੇ ਪਾਬੰਦੀ ਕਿਵੇਂ ਲਾਈ ਜਾ ਸਕਦੀ ਹੈ? ਰੂਲ ਨਾਲ, ਲਾਅ ਨਾਲ, ਅਥਾਰਟੀ ਨਾਲ ਜਾਂ ਇਕੁਐਲਿਟੀ ਨਾਲ? ਠੀਕ ਹੈ, ਆਜ਼ਾਦੀ ਤੇ ਪਾਬੰਦੀ ਕਿਵੇਂ ਲਾਈ ਜਾ ਸਕਦੀ ਹੈ? ਦੇਖੋ ਆਜ਼ਾਦੀ, ਲਿਬਰਟੀ ਦਾ ਮਤਲਬ ਇੱਥੇ ਕੀ ਹੁੰਦਾ ਵਾ? ਲਿਬਰਟੀ ਦਾ ਮਤਲਬ ਕਿ ਬੰਦਾ ਕੁਛ ਵੀ ਕਰੇ, ਜੋ ਕੁਛ ਮਰਜ਼ੀ। ਤੁਸੀਂ ਆਪ ਸੋਚੋ ਕਿ ਕਿਸੇ ਵੀ ਪਰਸਨ ਨੂੰ ਆਪਦੀ ਮਰਜ਼ੀ ਦਾ ਸਾਰਾ ਕੁਛ ਕਰਨ ਲਈ ਲਾਗੂ ਕੀਤਾ ਜਾ ਸਕਦਾ? ਫਿਰ ਤਾਂ ਬੰਦਾ ਕਿਸੇ ਦਾ ਕਤਲ ਵੀ ਕਰ ਦੂਗਾ, ਬੰਦਾ ਨਸ਼ੇ ਵੀ ਵੇਚੂਗਾ, ਚੋਰੀਆਂ ਵੀ ਕਰੂਗਾ, ਤੇ ਆਪਾਂ ਜਾ ਕੇ ਕਹਿ ਨਹੀਂ ਸਕਾਂਗੇ ਜੇ ਇਸ ਬੰਦੇ ਨੇ ਚੋਰੀ ਕੀਤੀ ਹੈ। ਠੀਕ ਹੈ, ਇਹਦਾ ਮਤਲਬ ਤਾਂ ਇਹ ਹੋ ਗਿਆ। ਤਾਂ ਲਿਬਰਟੀ ਤਾਂ ਕਿਸੇ ਵੀ ਬੰਦੇ ਨੂੰ 100% ਨਹੀਂ ਦਿੱਤੀ ਜਾ ਸਕਦੀ ਗੀ, ਉਹ ਤਾਂ ਹੈਗਾ ਖਤਰਨਾਕ ਚੀਜ਼ ਆ ਪੂਰੀ ਸੁਸਾਇਟੀ ਵਾਸਤੇ। ਤਾਂ ਲਿਬਰਟੀ ਤੇ ਆਪਾਂ ਕਿਵੇਂ ਕਾਬੂ ਪਾਉਂਦੇ ਆ? ਕਾਨੂੰਨ ਬਣਾ ਕੇ ਕਿ ਆਹ ਕੰਮ ਕਰਨੇ, ਆਹ ਨਹੀਂ ਕਰਨੇ। ਤਾਂ ਲਿਬਰਟੀ ਨੂੰ ਲਾਅ ਨਾਲ ਆਪਾਂ ਕਾਬੂ 'ਚ ਰੱਖਦੇ ਹਾਂ। ਦ ਸਿਸਟਮ ਆਫ ਜੁਡੀਸ਼ੀਅਲ ਰਿਵਿਊ ਐਗਜ਼ਿਸਟਸ ਇਨ, ਤਾਂ ਜੁਡੀਸ਼ੀਅਲ ਰਿਵਿਊ ਦਾ ਸਿਸਟਮ ਕਿਹੜੀ ਕੰਟਰੀ 'ਚ ਐਗਜ਼ਿਸਟ ਕਰਦਾ? ਇੰਡੀਆ ਦੇ ਵਿੱਚ, ਯੂਕੇ ਦੇ ਵਿੱਚ, ਪਹਿਲੇ ਯੂਐਸ ਦੇ ਵਿੱਚ, ਇੰਡੀਆ ਤੇ ਯੂਐਸ ਦੋਵਾਂ ਦੇ ਵਿੱਚ। ਤਾਂ ਰਾਈਟ ਆਨਸਰ ਤੁਸੀਂ ਕਮੈਂਟ ਕਰਨਾ। ਤਾਂ ਜੁਡੀਸ਼ੀਅਲ ਰਿਵਿਊ ਐਗਜ਼ਿਸਟ ਕਰਦਾ ਵਾ ਇੰਡੀਆ ਤੇ ਯੂਐਸ ਦੋਵਾਂ ਦੇ ਵਿੱਚ। ਇਨਫੈਕਟ ਇੰਡੀਆ ਨੇ ਯੂਐਸ ਤੋਂ ਹੀ ਪ੍ਰੇਰਨਾ ਲਈ ਆ ਜੁਡੀਸ਼ੀਅਲ ਰਿਵਿਊ ਦੀ। ਠੀਕ ਹੈ, ਯੂਐਸ ਤੋਂ ਹੀ ਇੰਡੀਆ ਨੇ ਪ੍ਰੇਰਨਾ ਲਈ ਆ। ਨੈਕਸਟ ਦੇਖੋ, ਵੈਨ ਵਾਜ਼ 0R ਇੰਟਰੋਡਿਊਸਡ ਇਨ ਦਾ ਪਾਰਲੀਮੈਂਟਰੀ ਅਫੇਅਰਸ ਇਨ ਇੰਡੀਆ? ਠੀਕ ਹੈ, ਤਾਂ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ 0R ਦੀ ਸ਼ੁਰੂਆਤ ਕਦੋਂ ਕੀਤੀ ਗਈ? ਠੀਕ ਹੈ, ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਕੀ ਹੁੰਦਾ ਵਾ। ਇਸ ਤੋਂ ਇਲਾਵਾ ਤੁਹਾਨੂੰ ਸਟਾਰਡ ਕੁਐਸਚਨ ਤੇ ਅਨਸਟਾਰਡ ਕੁਐਸਚਨਸ ਵਗੈਰਾ ਬਾਰੇ ਵੀ ਪਤਾ ਹੋਣਾ ਚਾਹੀਦਾ। ਠੀਕ ਹੈ, ਪਾਰਲੀਮੈਂਟ ਦੇ ਟੌਪਿਕ ਆ, ਇਹ ਤੁਸੀਂ ਜ਼ਰੂਰ ਪੜ੍ਹ ਕੇ ਜਾਣੇ ਆ। ਬੇਸਿਕ ਜਿਹੇ ਕੁਐਸਚਨਸ ਇਹਦੇ ਵਿੱਚ ਵੀ ਪੁੱਛਦੇ ਆ। ਤਾਂ ਦੇਖੋ 0R ਦੀ ਸ਼ੁਰੂਆਤ ਕੀਤੀ ਗਈ ਸੀਗੀ 1962 ਦੇ ਵਿੱਚ। ਠੀਕ ਹੈ, ਇਹ ਕੀ ਹੁੰਦਾ ਵਾ? 12 ਵਜੇ ਦਾ ਸਮਾਂ। 12 ਵਜੇ ਆਪਾਂ ਕਹਿੰਦੇ 0R ਸ਼ੁਰੂ ਹੋ ਗਿਆ। ਇਸ ਟਾਈਮ ਤੇ ਕੀ ਆ ਕਿ ਬਿਨਾਂ ਕਿਸੇ ਪਹਿਲਾਂ ਪਰਮਿਸ਼ਨ ਲਿਆ ਕਿਸੇ ਵੀ ਤਰ੍ਹਾਂ ਦੇ ਕੁਐਸਚਨ ਕਿਸੇ ਮੰਤਰੀ ਨੂੰ ਪੁੱਛੇ ਜਾ ਸਕਦੇ ਆ। ਠੀਕ ਹੈ, ਪਰਸਨਲ ਕੁਐਸਚਨ ਨਹੀਂ ਪੁੱਛੇ ਜਾ ਸਕਦੇ ਕਿ ਓਬਵੀਅਸਲੀ ਪਬਲਿਕ ਇੰਟਰਸਟ ਦੇ, ਮਤਲਬ ਜੋ ਕਿ
ਲੋਕਾਂ ਦੇ ਕੰਮਾਂ ਕਾਜਾਂ ਨਾਲ ਰਿਲੇਟਡ ਕੁਐਸਚਨਸ ਹੈ ਉਹ ਪਿੱਛੇ ਜਾ ਸਕਦੇ ਹੁੰਦੇ ਆ। ਠੀਕ ਹੈ, ਨੈਕਸਟ ਦੇਖੋ ਦ ਮੈਕਸਿਮਮ ਨੰਬਰ ਆਫ ਮੈਂਬਰਸ ਆਫ ਲੋਕ ਸਭਾ ਐਂਡ ਰਾਜ ਸਭਾ ਹੈਜ਼ ਬੀਨ ਫਿਕਸਡ ਬਾਈ ਕਨਸਟੀਟਿਊਸ਼ਨ ਆਫ ਇੰਡੀਆ ਰਿਸਪੈਕਟਿਵਲੀ ਐਜ਼। ਠੀਕ ਹੈ, ਤਾਂ ਵੱਧ ਤੋਂ ਵੱਧ ਕਿੰਨੇ ਮੈਂਬਰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਹੋ ਸਕਦੇ ਆ ਕਨਸਟੀਟਿਊਸ਼ਨ ਦੇ ਅਕੋਰਡਿੰਗ। ਰਾਈਟ ਆਂਸਰ ਕਮੈਂਟ ਕਰੋ। ਕਰੰਟਲੀ ਕਿੰਨੇ ਮੈਂਬਰ ਆ ਇਹ ਵੀ ਕਮੈਂਟ ਕਰੋ ਤੇ ਮੈਕਸਿਮਮ ਕਿੰਨੇ ਪੋਸੀਬਲ ਆ ਇਹ ਵੀ ਕਮੈਂਟ ਕਰੋ। ਤਾਂ ਦੇਖੋ ਰਾਜ ਸਭਾ ਦੇ ਵਿੱਚ ਵੱਧ ਤੋਂ ਵੱਧ 250 ਮੈਂਬਰ ਹੋ ਸਕਦੇ ਆ ਤੇ ਲੋਕ ਸਭਾ ਦੇ ਵਿੱਚ, ਠੀਕ ਹੈ, ਇਹ ਪੁਰਾਣੀਆਂ ਵੈਲਿਊਜ਼ ਨੇ, ਲੋਕ ਸਭਾ ਦੇ ਵਿੱਚ ਕਰੰਟਲੀ 552 ਨੇ। ਠੀਕ ਹੈ, ਇਹ ਚੀਜ਼ ਆ। ਨੈਕਸਟ ਦੇਖੋ ਵਟ ਇਜ਼ ਦਾ ਮੈਕਸਿਮਮ ਨੰਬਰ ਮੈਕਸਿਮਮ ਟਾਈਮ ਇੰਟਰਵਲ ਪ੍ਰਿੰਸੀਪਲ ਬਿਟਵੀਨ 2 ਸਕਸੈਸਿਵ ਸੈਸ਼ਨਸ ਆਫ ਪਾਰਲੀਮੈਂਟ। ਕਹਿੰਦੇ ਕਿ ਵੀ ਕਿੰਨੇ ਤੋਂ ਵੱਧ ਸਮਾਂ ਨਹੀਂ ਹੋਣਾ ਚਾਹੀਦਾਗਾ, ਮਤਲਬ ਇੱਕ ਵਾਰੀ ਪਾਰਲੀਮੈਂਟ ਦੀ ਬੈਠਕ ਹੋਈ ਆ ਤੇ ਅਗਲੀ ਬੈਠਕ ਦੇ ਵਿੱਚ ਮੈਕਸਿਮਮ ਕਿੰਨਾ ਗੈਪ ਹੋ ਸਕਦਾ, ਉਦੋਂ ਵੱਧ ਦਾ ਗੈਪ ਨਹੀਂ ਹੋ ਸਕਦਾਗਾ। ਠੀਕ ਹੈ, ਇਹ ਚੀਜ਼ ਆ। ਪਾਰਲੀਮੈਂਟ ਦੇ 2 ਸੈਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਕਿੰਨਾ ਗੈਪ ਅਲਾਉਡ ਆ, ਇਹ ਗੱਲ ਪੁੱਛੀ ਹੋਈ ਆ। ਤਾਂ ਮੈਕਸਿਮਮ ਸਿਰਫ 6 ਮਹੀਨਿਆਂ ਦਾ ਗੈਪ ਹੀ ਅਲਾਉਡ ਆ, ਇਸ ਤੋਂ ਜ਼ਿਆਦਾ ਗੈਪ ਅਲਾਉਡ ਨਹੀਂਗਾ, 6 ਮੰਥ ਹੀ ਅਲਾਉਡ ਆ। ਨੈਕਸਟ ਦੇਖੋ ਇਨ ਕੇਸ ਦਾ ਪ੍ਰੈਜ਼ੀਡੈਂਟ ਵਿਸ਼ੇਸ ਟੂ ਰਿਜ਼ਾਈਨ ਟੂ whom he is to address his resignation letter। ਜੇ ਰਾਸ਼ਟਰਪਤੀ ਨੇ ਅਸਤੀਫਾ ਦੇਣਾ ਹੋਵੇ ਤਾਂ ਉਹ ਆਪਦਾ ਅਸਤੀਫਾ ਪੱਤਰ ਰੈਜ਼ਿਗਨੇਸ਼ਨ ਲੈਟਰ ਕਿਹਨੂੰ ਦਊਗਾ? ਠੀਕ ਹੈ, ਚੀਫ ਜਸਟਿਸ ਆਫ ਇੰਡੀਆ ਨੂੰ, ਠੀਕ ਹੈ, ਸੈਕਟਰੀ ਆਫ ਲੋਕ ਸਭਾ, ਵਾਈਸ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ, ਇਹਨਾਂ ਚੋਂ ਕਿਹਨੂੰ ਉਹ ਆਪਦਾ ਰੈਜ਼ਿਗਨੇਸ਼ਨ ਲੈਟਰ ਦਊਗਾ? ਰਾਈਟ ਆਂਸਰ ਕਮੈਂਟ ਕਰਨਾ ਹੈ। ਤੇ ਦੇਖੋ ਜੇ ਪ੍ਰੈਜ਼ੀਡੈਂਟ ਰਿਜ਼ਾਈਨ ਕਰਦਾ ਹੈ ਤਾਂ ਉਹ ਵਾਈਸ ਪ੍ਰੈਜ਼ੀਡੈਂਟ ਨੂੰ ਦਿੰਦਾ ਹੈ ਤੇ ਜੇ ਵਾਈਸ ਪ੍ਰੈਜ਼ੀਡੈਂਟ ਨੇ ਅਸਤੀਫਾ ਦੇਣਾ ਤਾਂ ਉਹ ਪ੍ਰੈਜ਼ੀਡੈਂਟ ਨੂੰ ਦਿੰਦਾ ਹੈ। ਠੀਕ ਹੈ, ਇਹ ਚੀਜ਼ ਹੈ। The voting age in India was lowered from 21 to 18 true। ਠੀਕ ਹੈ, ਤਾਂ ਕਦੋਂ ਜਿਹੜੀ ਇੰਡੀਆ ਦੇ ਵਿੱਚ ਵੋਟ ਪਾਉਣ ਦੀ ਉਮਰ ਆ 21 ਸਾਲ ਤੋਂ ਘਟਾ ਕੇ 18 ਸਾਲ ਕਰਤੀ, ਤਾਂ ਕਿਹੜੇ ਤਰੀਕੇ ਨਾਲ ਕੀਤੀ? ਕਿਹੜੇ ਤਰੀਕੇ ਨਾਲ ਕੀਤੀ? ਪ੍ਰੈਜ਼ੀਡੈਂਸ਼ੀਅਲ ਆਰਡੀਨੈਂਸ ਜਾਰੀ ਕੀਤਾ ਗਿਆ, ਕਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ ਗਈ, ਐਗਜ਼ੀਕਿਊਟਿਵ ਆਰਡਰ ਦਿੱਤਾ ਗਿਆ ਜਾਂ ਪਾਰਲੀਮੈਂਟਰੀ ਲੈਜਿਸਲੇਸ਼ਨ ਕੀਤੀ ਗਈ? ਕਿਹੜੇ ਤਰੀਕੇ ਦੇ ਨਾਲ ਕੀ ਆ ਵੋਟਿੰਗ ਦੀ ਏਜ ਘਟਾਈ ਗਈ? ਕਿਹੜਾ ਮੈਥਡ ਯੂਜ਼ ਕੀਤਾ ਗਿਆ? ਇਹ ਤੁਸੀਂ ਕਮੈਂਟ ਕਰਨਾ ਵਾ। ਤਾਂ ਦੇਖੋ ਇਹਦੇ ਲਈ ਕੀ ਆ ਕਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ ਗਈ ਸੀ, ਸੰਵਿਧਾਨ ਦੇ ਵਿੱਚ ਸੋਧ ਕੀਤੀ ਗਈ ਸੀ। ਠੀਕ ਹੈ, ਤਾਂ ਇਹ ਕਿੰਨਵੀਂ ਸੋਧ ਸੀਗੀ? 61ਵੀਂ ਸੋਧ ਸੀਗੀ, ਸੰਵਿਧਾਨ ਦੀ 61ਵੀਂ ਅਮੈਂਡਮੈਂਟ ਸੀ ਜਿਹਦੇ 'ਚ ਕਿ ਵੋਟਿੰਗ ਏਜ ਨੂੰ ਘਟਾ ਕੇ 21 ਤੋਂ 18 ਸਾਲ ਕੀਤਾ ਗਿਆ। ਸੰਵਿਧਾਨ ਦੇ ਵਿੱਚ ਅਮੈਂਡਮੈਂਟ ਜਾਣੀ ਕਿ ਸੋਧ ਪੋਸੀਬਲ ਹੈ, ਇਹ ਲਿਖਿਆ ਗਿਆ ਵਾ ਆਰਟੀਕਲ 368 ਦੇ ਵਿੱਚ ਕਿ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਪੋਸੀਬਲ ਹੈ। ਠੀਕ ਹੈ, ਤੇ ਇੱਕ ਆਪਾਂ ਇੱਥੇ ਚੀਜ਼ ਪੜ੍ਹੀ ਸੀਗੀ ਪ੍ਰੈਜ਼ੀਡੈਂਸ਼ੀਅਲ ਆਰਡੀਨੈਂਸ। ਇਹਦਾ ਮਤਲਬ ਕਿ ਨਾ ਦੇਖੋ ਜਿਵੇਂ ਮੰਨ ਲਓ ਕੋਈ ਅਰਜੈਂਟ ਕੋਈ ਲਾਅ ਵਗੈਰਾ ਲਾਗੂ ਕਰਨਾ ਵਾ ਬਟ ਅਜੇ ਕਿਸੇ ਕਾਰਨ ਕਰਕੇ ਪਾਰਲੀਮੈਂਟ ਦਾ ਸੈਸ਼ਨ ਨਹੀਂ ਹੋ ਸਕਦਾ ਤਾਂ ਇੱਕ ਵਾਰੀ ਆਰਡੀਨੈਂਸ ਜਾਰੀ ਕੀਤੀ ਜਾਂਦੀ ਆ। ਜਿਵੇਂ ਇਹਨਾਂ ਨੇ ਖੇਤੀ ਬਿੱਲ ਲਾਗੂ ਕਰਨੇ ਸੀ ਹਨਾ, ਤਾਂ ਉਦੋਂ ਕਰੋਨੇ ਦਾ ਬਹਾਨਾ ਬਣਾ ਲਿਆ ਵੀ ਕਰੋਨਾ ਵਾ ਤੇ ਪਾਰਲੀਮੈਂਟ ਦੇ ਸੈਸ਼ਨ ਤੇ ਹੋਣਾ ਨਹੀਂਗਾ, ਤੇ ਰਾਸ਼ਟਰਪਤੀ ਨੇ ਆਰਡੀਨੈਂਸ ਜਾਰੀ ਕਰਕੇ ਬਿੱਲ ਲਾਗੂ ਕਰਤੇ ਸੀਗੇ। ਤੇ ਇਹ ਆਰਡੀਨੈਂਸ ਜਿਹੜਾ ਰਾਸ਼ਟਰਪਤੀ ਆ ਕਿਹੜੇ ਆਰਟੀਕਲ ਦੇ ਅੰਡਰ ਕਰਦਾ ਵਾ? ਆਰਟੀਕਲ 1 2 3 ਯਾਦ ਰੱਖਣਾ ਬਹੁਤ ਸੌਖਾ ਨਾ, ਆਰਟੀਕਲ 1 2 3 123। ਤਾਂ ਇਹ ਆਪਣਾ ਲਾਸਟ ਕੁਐਸਚਨ ਸੀਗਾ। ਇੱਥੇ ਆਪਣਾ ਇਹ ਜਿਹੜਾ ਰਿਵੀਜ਼ਨ ਲੈਕਚਰ ਐਂਡ ਹੁੰਦਾ ਵਾ, ਇਹ ਰਿਵੀਜ਼ਨ ਲੈਕਚਰ ਆਪਣਾ ਰੋਜ਼ ਹੋਊਗਾ ਕਿਉਂਕਿ ਆਪਾਂ ਇੱਥੇ PTPLSB ਦੇ ਕਲਰਕ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ। ਠੀਕ ਹੈ, ਵੀਡੀਓ ਚੰਗੀ ਲੱਗੇ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਸਾਨੂੰ ਵੀ ਕਮੈਂਟ ਕਰਕੇ ਦੱਸਿਆ ਕਰੋ, ਆਪਣੇ ਸੁਜੈਸ਼ਨਸ ਦਿਆ ਕਰੋ। ਇਸ ਤੋਂ ਇਲਾਵਾ ਸਾਡੀ ਟੈਸਟ ਸੀਰੀਜ਼ ਦੇ ਲਈ ਤੇ PTPLSB ਦੇ ਵੀਡੀਓ ਕੋਰਸ ਦੇ ਲਈ ਤੁਸੀਂ ਐਪ ਡਾਊਨਲੋਡ ਕਰਕੇ ਉੱਥੋਂ ਕੋਰਸ ਬਾਏ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਥੈਂਕਸ ਫॉर ਵਾਚਿੰਗ ਦਿਸ ਲੈਕਚਰ।